ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਜੀ ਦਾ ਪੰਡਿਤ ਕੇਸ਼ੋ ਦਾਸ ਨਾਲ ਮੇਲ। ਕਾਸ਼ੀ ਦੇ ਕੁਝ ਬ੍ਰਾਹਮਣ ਜਿਨ੍ਹਾਂ ਦਾ ਮੁਖੀ ਪੰਡਿਤ ਕੇਸ਼ੋ ਦਾਸ ਸੀ, ਜਵਾਲਾਮੁਖੀ ਦੇਵੀ ਦੇ ਦਰਸ਼ਨ ਕਰਨ ਵਾਸਤੇ ਜਾਂਦੇ ਹੋਏ ਰਸਤੇ ਵਿੱਚ ਡੇਰਾ ਕਰਕੇ ਸਤਿਗੁਰੂ ਜੀ ਨੂੰ ਮਿਲੇ। ਕੁਝ ਚਰਚਾ ਸੰਵਾਦ ਉਪਰੰਤ ਆਪ ਜੀ ਨੇ ਕੇਸ਼ੋ ਦਾਸ ਨੂੰ ਆਖਿਆ ਕਿ ਸਾਰੇ ਪੰਡਤ ਸੰਘ ਨੇ ਤੁਹਾਡੀ ਉਪਮਾ ਕੀਤੀ ਹੈ ਕਿ ਤੁਸੀਂ ਦੇਵੀ ਨੂੰ ਪ੍ਰਗਟ ਕਰਨ ਦੀ ਮੰਤਰ ਆਦਿ ਵਿਧੀ ਜਾਣਦੇ ਹੋ। ਜੇ ਇਹ ਠੀਕ ਹੈ ਤਾਂ ਇਸ ਕਾਰਜ ਵਾਸਤੇ ਜਿਸ ਚੀਜ਼ ਦੀ ਲੋੜ ਹੋਵੇ ਉਸ ਸਾਨੂੰ ਦੱਸੋ, ਅਸੀਂ ਉਹ ਸਮੱਗਰੀ ਇਕੱਠੀ ਕਰ ਦਿੰਦੇ ਹਾਂ। ਦੇਵੀ ਪ੍ਰਗਟ ਕਰਕੇ ਅਸੀਂ ਹਿੰਦੂ ਧਰਮ ਦੀ ਰੱਖਿਆ ਵਾਸਤੇ ਤੁਰਕਾਂ ਦਾ ਰਾਜ ਤੇਜ ਨਾਸ਼ ਕਰਨਾ ਚਾਹੁੰਦੇ ਹਾਂ। ਪੰਡਿਤ ਕੇਸ਼ੋ ਦਾਸ ਨੇ ਕਿਹਾ, ਗੁਰੂ ਜੀਓ, ਦੇਵੀ ਨੂੰ ਸਾਧਨਾ ਬੜਾ ਕਠਿਨ ਹੈ ਅਤੇ ਉਸ ਦੇ ਪ੍ਰਤੱਖ ਦਰਸ਼ਨ ਕਰਨ ਦਾ ਕਿਸੇ ਨੂੰ ਭੇਦ ਨਹੀਂ ਹੈ। ਇਸ ਕਾਰਜ ਵਾਸਤੇ ਲੱਖਾਂ ਰੁਪਏ ਚਾਹੀਦੇ ਹਨ। 1 ਲੱਖ ਆਹੂਤੀ ਦੇਣ ਵਾਸਤੇ ਹਜ਼ਾਰਾਂ ਮਣ ਘਿਓ ਚਾਹੀਦਾ ਹੈ। 1 ਲੱਖ ਰੁਪਇਆ ਹਵਨ ਕਰਾਉਣ ਵਾਲੇ ਪੰਡਿਤ ਦੀ ਭੇਟਾ ਵਾਸਤੇ ਚਾਹੀਦਾ ਹੈ। ਆਪਣੀਆਂ ਮਨ ਇੰਦਰੀਆਂ ਨੂੰ ਕਾਬੂ ਕਰਕੇ ਮਨ ਅਡੋਲ ਅਤੇ ਨਿਰਭੈ ਕਰਕੇ ਬ੍ਰਹਮਚਰਜ ਆਦਿ ਪਵਿੱਤਰ ਨੇਮ ਧਾਰਨ ਕਰਨੇ ਵੀ ਜ਼ਰੂਰੀ ਹਨ। ਪੰਡਿਤ ਦੀ ਗੱਲ ਸੁਣ ਕੇ ਪ੍ਰੋਹਤ ਦਇਆ ਰਾਮ ਨੇ ਉੱਤਰ ਦਿੱਤਾ ਕਿ ਸਤਿਗੁਰੂ ਜੀ, ਧਨ ਦਾ ਕੋਈ ਘਾਟਾ ਨਹੀਂ ਹੈ। ਛਤਰੀਆਂ ਦੀ ਕੁਲ ਵਿੱਚੋਂ ਸ਼੍ਰੋਮਣੀ ਸੂਰਜ ਬੰਸੀ ਹਨ। ਬ੍ਰਹਮਚਰਜ ਦਾ ਆਪ ਜੀ ਸੂਰਜ ਹਨ। 4 ਵੀਰ ਪੈਦਾ ਕਰਨ ਵਾਲੇ ਕੇਵਲ 4 ਵਾਰ ਹੀ ਗ੍ਰਹਿਸਥ ਕੀਤਾ ਹੈ। ਮਨ ਇੰਦਰੀਆਂ ਉੱਤੇ ਇਹਨਾਂ ਦਾ ਪੂਰਨ ਹੁਕਮ ਹੈ। 9 ਲੱਖ ਮਾਇਆ ਦੀ ਭੇਟ ਹੋਈ। ਦੂਸਰੇ ਦਿਨ ਜਦ ਆਪ ਜੀ ਨੇ ਸੇਵਕਾਂ ਨੂੰ ਹੁਕਮ ਕਰਕੇ ਮੇਲੇ ਉੱਤੇ ਮਾਇਆ ਭੇਟਾ ਹੋਈ ਤਾਂ ਗਿਣਤੀ ਕਰਾਈ ਤਾਂ ਉਹ 9 ਲੱਖ ਹੋਈ। ਇਸ ਉਪਰੰਤ ਆਪ ਜੀ ਨੇ ਮਸੰਦਾ ਨੂੰ ਹੁਕਮ ਕਰ ਦਿੱਤਾ ਕਿ ਜਿਹੜੀ ਸੰਗਤ ਮੇਲੇ ਉੱਤੇ ਨਹੀਂ ਆ ਸਕੀ ਉਹਨਾਂ ਨੂੰ ਹੁਕਮਨਾਮੇ ਭੇਜ ਦਿਓ ਕਿ ਆਪੋ ਆਪਣੀ ਕਾਰ ਭੇਟ ਸ਼ੀਘਰ ਹੀ ਭੇਜ ਦੇਣ। ਪੰਡਿਤ ਕੇਸ਼ੋ ਦਾਸ ਨੇ ਹਵਨ ਵਾਸਤੇ ਬਹੁਤ ਸਾਰੀ ਸਮੱਗਰੀ ਇਸ ਪ੍ਰਕਾਰ ਲਿਖਾਈ: ਘਿਓ, ਧੂਪ, ਜੌਂ, ਤਿਲ, ਚਾਵਲ, ਮੇਵਾ, ਖੰਡ, ਪਿਸਤਾ, ਗਿਰੀ, ਬਦਾਮ, ਸੁਪਾਰੀ, ਛੁਹਾਰਾ, ਦਾਖ ਅਤੇ ਚੰਦਨ ਆਦਿ ਹਰ ਪ੍ਰਕਾਰ ਦੀ ਸੁਗੰਧੀ ਅਤੇ 1.25 ਲੱਖ ਰੁਪਇਆ ਦਖਣਾ ਹਵਨ ਕਰਾਈ। ਕੇਸ਼ੋ ਦਾਸ ਨੇ ਕਿਹਾ, ਗੁਰੂ ਜੀਓ, ਇੱਕ ਮਨ ਹੋ ਕੇ ਮੰਤਰ ਪੜ੍ਹਨਾ, ਮਨ ਨੂੰ ਸੰਕਲਪਾਂ ਤੋਂ ਅਡੋਲ ਰੱਖਣਾ, ਤਨ ਮਨ ਕਰਕੇ ਸ਼ੁੱਧ ਰਹਿਣਾ ਅਤੇ ਬ੍ਰਹਮਚਰਜ ਧਾਰਨ ਕਰਨਾ, ਇਹ ਸਭ ਕੁਝ ਤੁਹਾਡੇ ਹੀ ਅਧੀਨ ਹੈ। ਮੈਂ ਤਾਂ ਕੇਵਲ ਵਿਧੀ ਪੂਰਵਕ ਸਾਰਾ ਕੰਮ ਕਰਾਉਣ ਦਾ ਜ਼ਿੰਮੇਵਾਰ ਹਾਂ। ਜਦ ਗੁਰੂ ਜੀ ਨੇ ਪੰਡਿਤ ਦੀ ਸਾਰੀ ਗੱਲ ਪ੍ਰਵਾਨ ਕਰ ਲਈ ਤਾਂ ਉਸਨੇ ਪੱਤਰੀ ਵੇਖ ਕੇ ਹਵਨ ਆਰੰਭ ਕਰਨ ਦਾ ਦਿਨ ਵੀਰਵਾਰ ਵਿਸਾਖ ਦੀ ਪੂਰਨਮਾਸੀ ਮੁੱਖ ਨਛੱਤਰ ਨੂੰ ਬੜਾ ਸ਼ੁਭ ਦੱਸ ਕੇ ਬੇਨਤੀ ਕੀਤੀ ਕਿ ਇਸ ਤੋਂ ਪਹਿਲਾਂ ਕੋਈ ਚੰਗਾ ਥਾਂ ਵੇਖ ਕੇ ਸਾਰੀ ਸਮੱਗਰੀ ਵੀ ਉੱਥੇ ਪਹੁੰਚਾ ਦਿਓ। ਸਤਿਗੁਰੂ ਜੀ ਨੇ ਕੇਸ਼ੋ ਦਾਸ ਨੂੰ ਦੱਸਿਆ ਕਿ ਇੱਥੋਂ 5-6 ਮੀਲ ਦੂਰ ਇੱਕ ਨੈਣੇ ਗੁੱਜਰ ਦਾ ਟਿੱਲਾ ਹੈ, ਜਿਸ ਦੇ ਸੰਬੰਧ ਵਿੱਚ ਇਹ ਵਾਰਤਾ ਪ੍ਰਚਲਿਤ ਹੈ ਕਿ ਇਹ ਚੰਡੀ ਦਾ ਅਸਥਾਨ ਹੈ। ਇਹ ਅਸਥਾਨ ਇਸ ਤਰ੍ਹਾਂ ਪ੍ਰਸਿੱਧ ਹੋਇਆ ਸੀ ਕਿ ਇਸ ਟਿੱਲੇ ਉੱਤੇ ਇੱਕ ਨੈਣੇ ਗੁੱਜਰ ਦੀ ਇੱਕ ਗਊ ਜਦ ਚੁਗਣ ਜਾਂਦੀ ਸੀ ਤਾਂ ਉਸ ਦਾ ਦੁੱਧ ਥਣਾ ਵਿੱਚੋਂ ਇੱਥੇ ਹੀ ਧਰਤੀ ਉੱਤੇ ਚੋ ਪੈਂਦਾ ਸੀ। ਜਦ ਇਸ ਗੱਲ ਦਾ ਨੈਣੇ ਨੂੰ ਪਤਾ ਲੱਗਾ ਤਾਂ ਉਸਨੇ ਇਸ ਥਾਂ ਨੂੰ ਚੰਡੀ ਦਾ ਸਥਾਨ ਸਮਝ ਕੇ ਪੂਜਣਾ ਆਰੰਭ ਕਰ ਦਿੱਤਾ, ਜਿਸ ਨੂੰ ਵੇਖ ਕੇ ਹੋਰ ਲੋਕ ਵੀ ਇਸ ਦੀ ਮਾਨਤਾ ਕਰਨ ਲੱਗ ਪਏ। ਇਹ ਪ੍ਰਸੰਗ ਸੁਣ ਕੇ ਕੇਸ਼ੋ ਦਾਸ ਨੇ ਕਿਹਾ, ਇਹ ਅਸਥਾਨ ਠੀਕ ਹੈ, ਇੱਥੇ ਹੀ ਸਾਰੀ ਸਮੱਗਰੀ ਪਹੁੰਚਾ ਦਿਓ। ਗੁਰੂ ਜੀ ਨੇ ਸੇਵਕਾਂ ਨੂੰ ਹੁਕਮ ਦੇ ਕੇ ਸਾਰੀ ਸਮੱਗਰੀ ਰੱਖਣ ਵਾਸਤੇ ਇੱਕ ਮੰਦਰ ਤਿਆਰ ਕਰਵਾ ਕੇ ਉਸ ਵਿੱਚ ਸਭ ਸਮਾਨ ਰਖਵਾ ਦਿੱਤਾ। ਇਸ ਅਸਥਾਨ ਦਾ ਨਾਮ ਨੈਣੇ ਗੁੱਜਰ ਵੱਲੋਂ ਦੇਵੀ ਅਸਥਾਨ ਪ੍ਰਸਿੱਧ ਕਰਕੇ ਨੈਣਾ ਦੇਵੀ ਪ੍ਰਚਲਿਤ ਹੋ ਗਿਆ। ਇਸੇ ਤਰ੍ਹਾਂ ਹੀ ਅੰਮ੍ਰਿਤਸਰ ਵਿੱਚ ਸੰਤੋਖਸਰ ਸਰੋਵਰ ਪਾਸ ਇੱਕ ਲੌਂਗਾਂ ਵਾਲੀ ਦੇਵੀ ਪ੍ਰਸਿੱਧ ਹੈ। ਇਸ ਦੀ ਬਾਬਤ ਸੰਗਤ ਵਾਲੇ ਅਖਾੜੇ ਦੇ ਮਹੰਤਾਂ ਨੇ ਲਿਖਿਆ ਹੈ ਕਿ ਇਹਨਾਂ ਦੇ ਇੱਕ ਬਜ਼ੁਰਗ ਮਹਾਤਮਾ ਲੌਂਗ ਦਾਸ ਜੀ ਨੇ
ਇਸ ਸਥਾਨ ਤੇ ਬੈਠ ਕੇ ਦੇਵੀ ਦੀ ਆਰਾਧਨਾ ਕੀਤੀ ਸੀ, ਜਿਨ੍ਹਾਂ ਦੇ ਨਾਮ ਪਿੱਛੇ ਇਸ ਦਾ ਨਾਮ ਲੌਂਗਾਂ ਵਾਲੀ ਦੇਵੀ ਪ੍ਰਚਲਿਤ ਹੋਇਆ ਹੈ। ਇਸੇ ਤਰ੍ਹਾਂ ਹੋਰ ਵੀ ਕਈ ਅਸਥਾਨ ਹਨ ਜਿਹੜੇ ਉਹਨਾਂ ਨੂੰ ਪ੍ਰਗਟ ਕਰਨ ਵਾਲਿਆਂ ਦੇ ਨਾਮ ਨਾਲ ਹੀ ਪ੍ਰਸਿੱਧ ਹਨ। ਸੰਮਤ 1755 ਵਿਸਾਖ ਦੀ ਪੂਰਨਮਾਸ਼ੀ ਵਾਲਾ ਵੀਰਵਾਰ ਮਿਥਿਆ ਹੋਇਆ ਦਿਨ ਆਇਆ ਤਾਂ ਧੌਂਸੇ, ਨਫੀਰੀਆ ਤੇ ਘੰਟੇ, ਸੰਖ ਆਦਿਕ ਵਜਾ ਕੇ ਸਭ ਨੂੰ ਇਸ ਖੁਸ਼ੀਆਂ ਭਰੇ ਸਮੇਂ ਦੀ ਸੂਚਨਾ ਦਿੱਤੀ ਗਈ। ਬਹੁਤ ਸਾਰਾ ਪ੍ਰਸ਼ਾਦ ਵਰਤਾਇਆ ਗਿਆ ਅਤੇ ਸਭ ਸੁਗੰਧੀਆਂ ਨਾਲ ਸਥਾਨ ਨੂੰ ਸੁਗੰਧਿਤ ਕੀਤਾ ਗਿਆ। ਵੇਖਣ ਵਾਲੇ ਲੋਕਾਂ ਦਾ ਮੇਲਾ ਲੱਗ ਗਿਆ। ਜੱਗ ਸਮੇਂ ਪੰਡਿਤ ਕੇਸ਼ੋ ਦਾਸ ਨੇ ਹਵਨ ਕੁੰਡ ਵਿੱਚ ਅਗਨੀ ਪ੍ਰਜਵਲਿਤ ਕਰਕੇ ਮੰਤਰ ਪੜ੍ਹਨੇ ਆਰੰਭ ਕਰ ਦਿੱਤੇ ਅਤੇ ਹੋਰ ਮੰਤਰ ਦੀ ਸਮਾਪਤੀ ਉੱਤੇ ਗੁਰੂ ਜੀ ਅਗਨੀ ਵਿੱਚ ਆਹੂਤੀ ਪਾ ਕੇ ਕੇਸ਼ੋ ਦਾਸ ਦੇ ਸਮਝਾਏ ਅਨੁਸਾਰ ਸਵਾਹਾ ਸ਼ਬਦ ਦਾ ਉਚਾਰਨ ਕਰ ਦਿੰਦੇ। ਸਾਰਾ ਦਿਨ ਹਵਨ ਕਰਕੇ ਰਾਤ ਨੂੰ ਵਿਸ਼ਰਾਮ ਕਰਦੇ। ਇਸ ਤਰ੍ਹਾਂ ਲਗਾਤਾਰ ਜੱਗ ਚੇਤਰ ਸੰਮਤ 1755 ਤੱਕ ਹੁੰਦਾ ਰਿਹਾ। ਇੱਕ ਦਿਨ ਸਵਾ ਪਹਿਰ ਹਵਨ ਕਰਨ ਉਪਰੰਤ ਗੁਰੂ ਜੀ ਆਪਣੇ ਯੋਧਿਆਂ ਨੂੰ ਨਾਲ ਲੈ ਕੇ ਜੰਗਲ ਵਿੱਚ ਸ਼ਿਕਾਰ ਖੇਡ ਕੇ ਕੁਝ ਹਿਰਨ, ਸਹੇ, ਤਿੱਤਰ ਆਦਿਕ ਜਾਨਵਰ ਮਾਰ ਕੇ ਆਨੰਦਪੁਰ ਨੂੰ ਲਈ ਆ ਰਹੇ ਸਨ ਕਿ ਕੇਸ਼ੋ ਦਾਸ ਨੇ ਬੇਨਤੀ ਕੀਤੀ ਕਿ ਤੁਸਾਂ ਨੇ ਹਵਨ ਦੇ ਦਿਨਾਂ ਵਿੱਚ ਇਤਨੇ ਜੀਵਾਂ ਦੀ ਹੱਤਿਆ ਕੀਤੀ ਹੈ। ਮੈਨੂੰ ਡਰ ਹੈ ਕਿ ਹਵਨ ਵਿੱਚ ਕੋਈ ਵਿਘਨ ਨਾ ਪੈ ਜਾਵੇ। ਜੀਵ ਹੱਤਿਆ ਵਰਗਾ ਹੋਰ ਕੋਈ ਪਾਪ ਨਹੀਂ ਹੁੰਦਾ। ਸਭ ਵਿੱਚ ਪਰਮਾਤਮਾ ਪਰਿਪੂਰਨ ਹੈ। ਇਸ ਕਰਕੇ ਇਹ ਗੱਲ ਚੰਗੀ ਨਹੀਂ ਹੈ। ਪੰਡਿਤ ਪਾਸੋਂ ਇਹ ਗੱਲ ਸੁਣ ਕੇ ਸਤਿਗੁਰੂ ਜੀ ਨੇ ਸੇਵਾਦਾਰਾਂ ਨੂੰ ਕਿਹਾ ਕਿ ਅਸਾਂ ਪੰਡਿਤ ਜੀ ਨੂੰ ਨਾਰਾਜ਼ ਨਹੀਂ ਕਰਨਾ। ਸਭ ਜਾਨਵਰਾਂ ਦੇ ਬੰਧਨ ਖੋਲ੍ਹ ਦਿਓ। ਜਦ ਹੁਕਮ ਮੰਨ ਕੇ ਮਰੇ ਹੋਏ ਜਾਨਵਰਾਂ ਦੇ ਬੰਧਨ ਖੋਲ੍ਹੇ ਗਏ ਤਾਂ ਸਾਰੇ ਜੀਵਤ ਹੋ ਕੇ ਉੱਡਣ ਵਾਲੇ ਉੱਡ ਗਏ ਅਤੇ ਭੱਜਣ ਵਾਲੇ ਭੱਜ ਗਏ। ਇਹ ਕੌਤਕ ਵੇਖ ਕੇ ਪੰਡਤ ਬੜਾ ਪ੍ਰਸੰਨ ਹੋਇਆ ਅਤੇ ਗੁਰੂ ਜੀ ਨੂੰ ਮਾਰਨ ਅਤੇ ਜਵਾਲਨਹਾਰ ਸਮਰੱਥ ਪੂਰਨ ਜਾਣ ਕੇ ਧੰਨ ਧੰਨ ਆਖਿਆ। ਕੁਝ ਸਮੇਂ ਉਪਰੰਤ ਗੁਰੂ ਜੀ ਹਵਨ ਕਰਕੇ ਕਦੀ ਰਾਤ ਨੂੰ ਆਨੰਦਪੁਰ ਜਾ ਬਿਰਾਜਦੇ ਅਤੇ ਕਦੀ ਰਾਤ ਉੱਥੇ ਟਿੱਲੇ ਉੱਤੇ ਹੀ ਬਿਰਾਜ ਜਾਂਦੇ। ਪਿਛਲੇ ਪਹਿਰ ਜਦ ਆਪ ਜੀ ਆਨੰਦਪੁਰ ਜਾਂਦੇ ਤਾਂ ਉੱਥੇ ਹੀ ਦੀਵਾਨ ਲਗਾ ਕੇ ਦੂਰ ਤੋਂ ਆਈਆਂ ਸੰਗਤਾਂ ਨੂੰ ਸਤਿਨਾਮ ਦਾ ਉਪਦੇਸ਼ ਦਿੰਦੇ। ਇੱਕ ਦਿਨ ਪਟਨੇ ਦੀ ਸੰਗਤ ਨਾਲ ਇੱਕ ਮਾਲੀ ਵੀ ਪਟਨੇ ਤੋਂ ਆਇਆ। ਉਸਨੇ ਬੇਨਤੀ ਕੀਤੀ, ਗੁਰੂ ਜੀਓ, ਮੈਂ ਸ਼ਾਹੀ ਬਾਗ ਵਿੱਚੋਂ ਆਪ ਜੀ ਵਾਸਤੇ ਇੱਕ ਅੰਬ ਦਾ ਬੂਟਾ ਭੇਟਾ ਲਿਆਇਆ ਹਾਂ। ਇਸ ਨੂੰ ਜਿੱਥੇ ਹੁਕਮ ਕਰੋ ਲਗਾਇਆ ਜਾਵੇ। ਗੁਰੂ ਜੀ ਨੇ ਉਸ ਸਮੇਂ ਆਪਣੇ ਤਨੁੱਖ ਚੋਂ ਇੱਕ ਤੀਰ ਚਲਾਇਆ ਅਤੇ ਸੇਵਾਦਾਰ ਨੂੰ ਹੁਕਮ ਕੀਤਾ ਕਿ ਜਿੱਥੇ ਇਹ ਤੀਰ ਡਿੱਗਾ ਹੈ ਉੱਥੇ ਮਾਲੀ ਨੂੰ ਲੈ ਜਾਓ। ਇਹ ਅੰਬ ਦਾ ਬੂਟਾ ਉੱਥੇ ਲਗਾ ਦੇਵੋ। ਹੁਕਮ ਅਨੁਸਾਰ ਸੇਵਾਦਾਰ ਨੇ ਜਦ ਮਾਲੀ ਨੂੰ ਉਹ ਥਾਂ ਜਾ ਕੇ ਵਿਖਾਈ ਤਾਂ ਉਹ ਆਨੰਦਪੁਰ ਤੋਂ ਸਵਾ ਕੋਹ ਦੂਰ ਸੀ, ਜਿੱਥੇ ਸਤਿਗੁਰੂ ਜੀ ਦਾ ਤੀਰ ਧਰਤੀ ਵਿੱਚ ਗੱਡਿਆ ਹੋਇਆ ਸੀ। ਮਾਲੀ ਨੇ ਉੱਥੇ ਉਹ ਬੂਟਾ ਲਗਾ ਦਿੱਤਾ, ਜਿਸ ਨੂੰ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਅਸਾਂ ਵੇਖਿਆ ਨਹੀਂ ਪਰ ਸੁਣਿਆ ਹੈ ਕਿ ਅਜੇ ਤੱਕ ਉਹ ਬੂਟਾ ਖੜਾ ਹੈ। ਹਵਨ ਕੁੰਡ ਵਿੱਚ ਜਿਉਂ-ਜਿਉਂ ਗੁਰੂ ਜੀ ਮੰਤਰ ਪੜ੍ਹ ਕੇ ਆਹੂਤੀ ਪਾਉਂਦੇ ਗਏ, ਤਿਉਂ-ਤਿਉਂ ਸਭ ਦੇਵੀਆਂ, ਜੈਸਾ ਕਿ ਇੰਦਰਾਣੀ, ਕੁਬੇਰ ਦੀ ਇਸਤਰੀ ਅਤੇ ਹੋਰ ਅਨੇਕ ਪ੍ਰਕਾਰ ਦੀਆਂ ਸ਼ਕਤੀਆਂ ਨੇ ਆਣ ਕੇ ਬੇਨਤੀ ਕੀਤੀ ਕਿ ਤੁਸੀਂ ਇੰਨਾ ਕਸ਼ਟ ਕਿਉਂ ਕਰ ਰਹੇ ਹੋ। ਜਿਸ ਚੀਜ਼ ਧਨ ਆਦਿਕ ਦੀ ਲੋੜ ਹੈ ਸਾਨੂੰ ਹੁਕਮ ਕਰੋ, ਅਸੀਂ ਹਾਜ਼ਰ ਕਰ ਦਿੰਦੀਆਂ ਹਾਂ। ਪਰ ਗੁਰੂ ਜੀ ਨੇ ਕਿਸੇ ਦੇਵੀ ਸ਼ਕਤੀ ਵੱਲ ਵੀ ਅੱਖ ਪੁੱਟ ਕੇ ਨਾ ਵੇਖਿਆ ਅਤੇ ਇੱਕ ਪਰਮੇਸ਼ਰੀ ਸ਼ਕਤੀ ਜੋ ਦੁਸ਼ਟਾਂ ਦੇ ਨਾਸ ਕਰਨ ਵਾਲੀ ਅਤੇ ਦਾਸਾਂ ਨੂੰ ਸੁੱਖ ਦੇਣ ਵਾਲੀ ਪਰਮ ਜੋਤ ਦੀ ਜੋਤੀ ਹੈ, ਉਸ ਦੇ ਧਿਆਨ ਵਿੱਚ ਹੀ ਅਡੋਲ ਟਿਕੇ ਰਹੇ। ਇਸ ਤਰ੍ਹਾਂ ਇੱਕ ਚਿੱਤ ਆਰਾਧਨਾ ਕਰਦਿਆਂ ਨੂੰ ਜਦ 9 ਮਹੀਨੇ ਬੀਤ ਗਏ ਅਤੇ 10ਵਾਂ ਆਰੰਭ ਹੋ ਗਿਆ ਤਾਂ ਆਪ ਜੀ ਬਹੁਤ ਸਮਾਂ ਬੈਠ ਕੇ ਹਵਨ ਕਰਨ ਲੱਗੇ। ਚੇਤਰ ਚੜ ਪਿਆ। ਪੰਡਿਤ ਕੇਸ਼ੋ ਦਾਸ ਨੇ ਗੁਰੂ ਜੀ ਨੂੰ ਦੱਸਿਆ ਕਿ ਹੁਣ ਪਤਾ ਨਹੀਂ ਕਿਹੜੇ ਸਮੇਂ ਦਿਨੇ ਕਿ ਰਾਤ ਨੂੰ ਦੇਵੀ ਪ੍ਰਗਟ ਹੋਣ ਵਾਲੀ ਹੈ। ਤੁਸੀਂ ਸਾਵਧਾਨ ਰਹਿਣਾ। ਮੈਂ ਉਸ ਨੂੰ ਕੋਈ ਯੋਗ ਭੇਟਾ ਦੇਣ ਵਾਸਤੇ ਸ਼ਹਿਰ ਤੋਂ ਲੈ ਆਵਾਂ। ਇਸ ਤਰ੍ਹਾਂ ਬਹਾਨਾ ਕਰਕੇ ਕੇਸ਼ੋ ਦਾਸ ਆਨੰਦਪੁਰ ਚਲਿਆ ਗਿਆ। ਜਦ ਬਹੁਤ ਸਮੇਂ ਤੱਕ ਕੇਸ਼ੋ ਦਾਸ ਵਾਪਸ ਨਾ ਆਇਆ ਤਾਂ ਗੁਰੂ ਜੀ ਨੇ ਇਸ ਦੀ ਅਸਫਲਤਾ ਦਾ ਕਾਰਨ ਸਮਝ ਕੇ
ਬਾਕੀ ਦੀ ਬਚੀ ਹੋਈ ਸਾਰੀ ਸਮੱਗਰੀ ਇੱਕ ਵਾਰ ਹੀ ਹਵਨ ਕੁੰਡ ਵਿੱਚ ਪਾ ਦਿੱਤੀ। ਇਤਨਾ ਬਹੁਤ ਸਾਰਾ ਘਿਓ ਆਦਿ ਸਮੱਗਰੀ ਦੇ ਪੈਣ ਨਾਲ ਹਵਨ ਕੁੰਡ ਵਿੱਚੋਂ ਅਗਨੀ ਦੀਆਂ ਬਹੁਤ ਉੱਚੀਆਂ ਲਾਟਾਂ ਨਿਕਲੀਆਂ, ਜਿਸ ਨੂੰ ਦੂਰ ਤੋਂ ਲੋਕਾਂ ਇਹ ਸਮਝਿਆ ਕਿ ਦੇਵੀ ਪ੍ਰਗਟ ਹੋ ਗਈ। ਇਹ ਕੌਤਕ ਨੂੰ ਜਦ ਲੋਕ ਦੌੜ ਕੇ ਵੇਖਣ ਆਏ ਤਾਂ ਅੱਗੇ ਗੁਰੂ ਜੀ ਨੰਗੀ ਤਲਵਾਰ ਹੱਥ ਵਿੱਚ ਫੜ ਕੇ ਉੱਚੀ ਕਰਕੇ ਹਵਨ ਕੁੰਡ ਦੇ ਪਾਸ ਖੜੇ ਸਨ। ਆਪ ਜੀ ਨੇ ਵੇਖਣ ਵਾਲਿਆਂ ਨੂੰ ਇਸ ਕਿਰਪਾਨ ਵੱਲ ਇਸ਼ਾਰਾ ਕਰਕੇ ਦੱਸਿਆ ਕਿ ਆਹ ਦੇਵੀ ਸ਼ਕਤੀ ਪ੍ਰਗਟ ਹੋਈ ਹੈ, ਜਿਸ ਦੇ ਬਲ ਨਾਲ ਅਸਾਂ ਜ਼ਾਲਮਾਂ ਦੇ ਜ਼ੁਲਮ ਦਾ ਨਾਸ਼ ਕਰਨਾ ਹੈ। ਲੋਕਾਂ ਨੇ ਸ਼ਰਧਾ ਨਾਲ ਇਸ ਦੇਵੀ ਨੂੰ ਨਮਸਕਾਰਾਂ ਕੀਤੀਆਂ। ਬੋਲੋ ਭਾਈ ਜੀ, ਵਾਹਿਗੁਰੂ।